ਸ੍ਰੀ ਵਾਹਿਗੁਰੂ ਜੀ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਨਾਉ ਜਤੀ ਸਤੀ ਨਹੀਂ ਪੜਿਆ, ਮੂਰਖ ਮੁਗਦਾ ਜਨਮ ਪਿਆ। ਪ੍ਰਣਵਤ ਨਾਨਕ ਤਿਨ ਕੀ ਸ਼ਰਣਾ, ਜਿਨ ਤੂੰ ਨਾਹੀ ਵਿਸਰਿਆ। ਪਰਮ ਸਨਮਾਨਯੋਗ ਗੁਰੂ ਰੂਪ ਸਾਧ ਸੰਗਤ, ਆਪ ਵੱਡ ਭਾਗੇ ਹੋ। ਸਾਹਿਬਾਂ ਦੀ ਪਾਵਨ ਗੋਦ ਵਿੱਚ ਬੈਠ ਕੇ ਸਤਿਗੁਰੂ ਜੀ ਦੀ ਇਲਾਹੀ ਬਾਣੀ ਆਪ ਜੀ ਨੇ ਸਰਵਣ ਕੀਤੀ ਹੈ। ਆਓ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ ਅੰਮ੍ਰਿਤ ਇਤਿਹਾਸ, ਉਹਨਾਂ ਦੇ ਜੀਵਨ ਗਾਥਾ ਵਿੱਚੋਂ ਕੁਝ ਵਿਚਾਰਾਂ ਆਪ ਜੀ ਨਾਲ ਸਾਂਝੀਆਂ ਕਰਨੀਆਂ ਨੇ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਚਰਨਾਂ ਦਾ ਧਿਆਨ ਧਰੀਏ। ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ ਪਾਵਨ ਚਰਨਾਂ ਦਾ ਧਿਆਨ ਧਰੀਏ ਤੇ ਫਤਿਹ ਅਰਜ ਕਰਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਨਾਵੇਂ ਗੁਰਦੇਵ ਸ਼੍ਰੀ ਅਨੰਦਪੁਰ ਸਾਹਿਬ ਗੁਰਗੱਦੀ ਤੇ ਬਿਰਾਜਮਾਨ ਨੇ। ਸੰਗਤਾਂ ਨੂੰ ਖੁਸ਼ੀਆਂ ਵਰਤਾ ਰਹੇ ਨੇ। ਸੰਗਤਾਂ ਦਰਸ਼ਨ ਕਰਕੇ ਨਿਹਾਲ ਹੋ ਰਹੀਆਂ ਨੇ ਤੇ ਗੁਰੂ ਘਰ ਦੇ ਈਰਖਾਵਾਦੀ, ਗੁਰੂ ਘਰ ਦੇ ਅਰਖਾਲੂ, ਜਿਨ੍ਹਾਂ ਨੂੰ ਗੱਦੀ ਨਹੀਂ ਮਿਲੀ, ਗੱਦੀ ਤੋਂ ਵਿਰੋਧਤਾ ਕਰਦੇ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਈਰਖਾਵਾਦੀ ਲੋਕ, ਉਹ ਈਰਖਾ ਦੇ ਵਿੱਚ ਸੜ ਬਲ ਰਹੇ ਨੇ। ਜਿਵੇਂ ਭਾਈ ਸਾਹਿਬ ਭਾਈ ਗੁਰਦਾਸ ਜੀ ਦਾ ਇੱਕ ਸ਼ਬਦ ਮੈਂ ਤੁਹਾਡੇ ਨਾਲ ਸਾਂਝਾ ਕਰਾਂ। ਸੂਰਜ ਚੜ੍ਹਿਆ ਵੇਖ ਕੇ ਉੱਲੂ ਘਬਰਾਏ, ਮੈਲੇ ਦੀਆਂ ਮੱਖੀਆਂ ਸੁਗੰਧ ਨਾ ਪਾਵੇ। ਕਾਉ ਕਪੂਰ ਨਾ ਚੱਖੀ ਦੁਰਗੰਧ ਸੁਖਾਵੇ, ਗੁਰਨਿੰਦਕਾਂ ਅਪਰਾਧੀਆਂ ਸਤ ਸੰਗ ਨਾ ਪਾਵੇ। ਉਹਨਾਂ ਨੂੰ ਗੁਰੂ ਦਾ ਸਤਸੰਗ, ਗੁਰੂ ਦੇ ਅੰਮ੍ਰਿਤਮਈ ਬੋਲ ਚੰਗੇ ਨਹੀਂ ਲੱਗ ਰਹੇ। ਜਿਵੇਂ ਸਾਰੇ ਲੋਕ ਤੇ ਇਹ ਕਹਿੰਦੇ ਨੇ ਵੀ ਸੂਰਜ ਚੜ੍ਹੇ ਤੇ ਚਾਨਣ ਹੋਵੇ, ਕੋਈ ਕੰਮਕਾਰ ਕਰੀਏ, ਤੇ ਉੱਲੂ ਜਿਹੜਾ ਹੈ ਉਹ ਅਰਦਾਸਾਂ ਕਰਦਾ ਵੀ ਨਾ ਹੀ ਚੜ੍ਹੇ ਤੇ ਚੰਗੀ ਗੱਲ ਆ। ਉਹਨੂੰ ਚਾਨਣ ਨਹੀਂ ਚੰਗਾ ਲੱਗਦਾ, ਉਹਨੂੰ ਸੂਰਜ ਨਹੀਂ ਚੰਗਾ ਲੱਗਦਾ। ਭਾਈ ਗੁਰਦਾਸ ਜੀ ਦਾ ਪ੍ਰਮਾਣ ਕੈਸਾ? ਸੂਰਜ ਚੜ੍ਹਿਆ ਵੇਖ ਕੇ ਉੱਲੂ ਘਬਰਾਏ, ਮੈਲੇ ਦੀਆਂ ਮੱਖੀਆਂ ਸੁਗੰਧ ਨਾ ਪਾਵੇ। ਮੱਖੀ ਜਿਹੜੀ ਹੈ ਨਾ, ਉਹਨੂੰ ਤੁਸੀਂ ਫੜ ਫੜ ਕੇ ਵੀ ਫੁੱਲਾਂ 'ਤੇ ਬਾਲੋ ਨਹੀਂ ਬਹਿਗੀ, ਉਹਦਾ ਸੁਭਾਅ ਆ। ਤੇ ਜਿੱਧਰ ਦੁਰਗੰਧ ਹੋਵੇ ਉੱਧਰ ਉੱਡ ਉੱਡ ਕੇ ਜਾਂਦੀ ਆ। ਮੈਲੇ ਦੀਆਂ ਮੱਖੀਆਂ ਸੁਗੰਧ ਨਾ ਪਾਵੇ, ਕਾਉ ਕਪੂਰ ਨਾ ਚੱਖੀ ਦੁਰਗੰਧ ਸੁਖਾਵੇ। ਤੇ ਕਾਂ ਨੂੰ ਕਸਤੂਰੀ ਨਹੀਂ ਚੰਗੀ ਲੱਗਦੀ। ਕਪੂਰ ਜੇ ਪਿਆਰਿਓ ਉਰਦੂ ਵਿੱਚ ਲਿਖਣਾ ਹੋਵੇ ਫਿਰ ਉਹਦਾ ਅਰਥ ਹੁੰਦਾ ਆ ਮੁਸ਼ਕਫੂਰ। ਜੇ ਕਫੂਰ ਫਾਰਸੀ ਦਾ ਲਫ਼ਜ਼ ਹੋਵੇ ਤੇ ਫਿਰ ਉਹਦਾ ਅਰਥ ਹੁੰਦਾ ਆ ਕਸਤੂਰੀ। ਕਸਤੂਰੀ ਬੜੀ ਮਹਿੰਗੀ ਤੇ ਕਸਤੂਰੀ ਇੱਕ ਬੜਾ ਪਵਿੱਤਰ, ਇਹ ਦਵਾਈ ਦੇ ਕੰਮ ਆਉਂਦੀ ਹੈ ਤੇ ਬੜਾ ਉੱਚਾ ਪਦਾਰਥ ਹੁੰਦਾ ਕਸਤੂਰੀ, ਤੇ ਬੜੀ ਮਹਿੰਗੀ ਹੁੰਦੀ ਤੇ ਕਾਂ ਨੂੰ ਨਹੀਂ ਚੰਗੀ ਲੱਗਦੀ। ਕਾਉ ਕਪੂਰ ਨਾ ਚੱਖੀ ਦੁਰਗੰਧ ਸੁਖਾਵੇ। ਕਾਂ ਨੇ ਕਸਤੂਰੀ ਵੇਖੀ ਨਹੀਂ ਤੇ 100 ਮੀਲ ਦੂਰ ਨਹੀਂ ਗਿਆ। ਕਸਤੂਰੀ ਚੰਗੀ ਨਹੀਂ ਲੱਗਦੀ। ਕਾਉ ਕਪੂਰ ਨਾ ਚੱਖੀ ਦੁਰਗੰਧ ਸੁਖਾਵੇ। ਤੇ ਭਾਈ ਸਾਹਿਬ ਜੀ ਆਖਰੀ ਪੰਕਤੀ 'ਚ ਕਹਿੰਦੇ ਨੇ, ਗੁਰਨਿੰਦਕਾਂ ਅਪਰਾਧੀਆਂ ਸਤ ਸੰਗ ਨਾ ਪਾਵੇ। ਜਿਹੜੇ ਐਸੇ ਲੋਕ ਹੁੰਦੇ ਨੇ ਨਾ, ਉਹਨਾਂ ਨੂੰ ਸਤ ਸੰਗਤ ਨਹੀਂ ਚੰਗੀ ਲੱਗਦੀ, ਉਹਨਾਂ ਨੂੰ ਗੁਰੂ ਬਚਨ ਨਹੀਂ ਚੰਗੇ ਲੱਗਦੇ। ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਸੱਚ ਦਾ ਉਪਦੇਸ਼ ਦੇ ਰਹੇ ਨੇ। ਕੈਸਾ ਉਪਦੇਸ਼ ਹੈ? ਗੁਣ ਗੋਬਿੰਦ ਗਾਇਓ ਨਹੀਂ, ਜਨਮ ਆਕਾਰ ਥਕੀਨ। ਜਿਨ੍ਹਾਂ ਨੇ ਪਰਮਾਤਮਾ ਦੇ ਗੁਣ ਨਹੀਂ ਗਾਏ,
जिन्हों ने परमात्मा का सिमरन नहीं किया उन्हों का जन्म अकार्थ गया, बेकार गया। तो दूसरा पाठ भी पाठी सिंह नोट कर, गुण गोबिंद गायो नहीं जन्म अकार्थ कीन। जिन्हों ने गुरु के गुण गाए ने, जिन्हों ने परमात्मा का सिमरन किया, उन्हों का जन्म बिरथा नहीं गया। ये दोवें पाठ ठीक ने। गुण गोबिंद गायो नहीं जन्म अकार्थ कीन। जिन्हों ने परमात्मा का सिमरन किया, उन्हों का जन्म बिरथा नहीं गया। साहब श्री गुरु तेग बहादुर महाराज गुरगद्दी ते विराजमान ने आनंदपुर साहब की धरती ते उस समय के दौरान मुगल बादशाह औरंगजेब, जिन्हों इतिहास ने तबाही का मुढ़ किया, जदों कानून लागू करता हिंदू जाति ते करता, पहलों तो इन्हें कानून जारी किया पुराने मंदिर रिपेयर ना किए जान, नवे ना बनाए जान। जिदा ये जुल्म हिंदू जाति ने सह लिया, फिर दूसरा कानून लागू किया मंदिर ढाए जान, मसीत बनाई जान। जो ये भी जुल्म किसी ने ना रोकया, सह लिया जुल्म, तो फिर इन्हें तीसरा हुक्म जारी किया, कह लगा हिंदुओं मुसलमान बनाया जाए। कश्मीर का सूबेदार आलफ खान थापिया तो कह लगा जे कोई मुसलमान धर्म कबूल कर ले, उन्होंने जगीरां दित्तियां जान, उन्होंने अहुदे दिते जान। तो जे कोई मुसलमान नहीं बनता, इस्लाम धर्म नहीं कबूल करता, उन्होंने मौत के घाट उतारिया जाए। इत्थे बड़ा एक नुकते वाली गल है, इन्हें तुसी पढ़िया तो सुनिया होना भी सवा मन जनेऊ ला के फिर प्रशादा छकदा सी। हुण सवा मन जनेऊ जिहड़ा है कहना बड़ा सौखा तो सुनना बड़ा सौखा। जनेऊ का किते किन्ना क वजन हुंदा। जनेऊ बहुत, जनेऊ वो चीज़ है जिहड़ा जनेऊ बनता किस तरह, माइयां पिंडां वाली नूं पता, मेरी उम्र दे नूं पता, मेरे तो वड्डियां नूं पता, बीबियां सूत कातियां दी सी चरखे उपर, ते जिहड़ा सूत हुंदा सी ना चरखे उत्ते कत्तिया, वो 96 उंगलां लिया जांदा, उहनूं 13 वट दिता जांदा। 13 वट हिंदू वीर जदों जनेऊ बनाउंदे ने ते पाउंदे ने। गुरबाणी ने भी इस चीज़ नूं याद किया, गली जिन्हां जप मालियां तेरे पन तक 13 वट चाढ़िया जाता सी। जनेऊ का वजन कितने कितना होंदा, तो हज़ारां ही मुल्क कतल होंदा होवेगा तो फिर जाके सवा मन होंदा होवेगा। सब तो पहलों इन्हें जुल्म कश्मीर तो शुरू किया। कश्मीर तो क्यों शुरू किया इन्हें, जे इन्हें जुल्म ही ढाउणा सी, इन्हें हिंदू ही मारने सी ते दिल्ली तो शुरू करदा, लागे हरिद्वार है हिंदुओं का गढ़, उत्थों शुरू करदा। फिर लागे मथुरा है हिंदुओं का गढ़, उत्थों शुरू करदा। कनौज हिंदुओं का गढ़ है, उत्थों शुरू करदा। इन्हें दिल्ली, इन्हें कश्मीर तो क्यों शुरू किया। यदी सियासत, यदी सोच ये सी भी एक तो कश्मीर के हिंदू ज़्यादा पढ़े लिखे ने, जे वो मुसलमान धारण कर लेंगे, इस्लाम धारण कर लेंगे, तो वो प्रचार करेंगे इस्लाम का, तो सारा हिंदुस्तान इस्लामी हो जाएगा। एक यदी होर सोच सी, वो भी याद रखने वाली औरंगजेब की, जिवें सिख जगत वास्ते श्री हरमंदर साहब मेन है, जिहड़ा गुरमत के अनुसार उतों अकाल तख्त तो हुक्म लागू होता, वो सारे सिख जगत नूं उहदे अगे सीस झुकाउणा पैंदा। ते सेम इस तरह हिंदूइज्म दे विच इन्हां दा जिहड़ा मेन स्थान है वह अमरनाथ, उतों का जिहड़ा मेन प्रीस्ट है ना, जो वो हुक्म करते, जिथे जिथे कोई हिंदू देश विदेश में बैठा उन्होंने वो हुक्म प्रवान करना पैंदा।
ਇਹਦੀ ਸੋਚ ਸੀ ਵੀ ਦਰਖਤ ਨਾ ਵੱਢਾਂ, ਦਰਖਤ ਦੀ ਜੜ ਪੱਟਾਂ। ਜਿੱਥੋਂ ਇਹਨਾਂ ਦਾ ਧਰਮ ਉਤਪੰਨ ਹੁੰਦਾ, ਜਿੱਥੋਂ ਇਹਨਾਂ ਦਾ ਧਰਮ ਪੁੰਗਰਦਾ, ਉਸ ਦਰਖਤ ਦੀ ਜੜ ਵੱਢੀ ਜਾਵੇ ਤੇ ਖਤਮ ਹੋ ਜਾਏਗਾ ਸਾਰਾ ਹੀ। ਇਹਨੇ ਸੂਬੇਦਾਰ ਥਾਪ ਕੇ ਭੇਜਿਆ ਆਲਫ ਖਾਂ। ਉਹਨੇ ਇਕੱਠਿਆਂ ਕਰਕੇ ਹਿੰਦੂਆਂ ਨੂੰ ਤੇ ਹੁਕਮ ਕੀਤਾ, ਕਹਿਣ ਲੱਗਾ ਜਿਹੜਾ ਇਸਲਾਮ ਧਰਮ ਕਰ ਲੇਗਾ ਉਹਨੂੰ ਦੌਲਤਾਂ ਦਿੱਤੀਆਂ ਜਾਣਗੀਆਂ, ਉਹਨੂੰ ਅਹੁਦੇ ਦਿੱਤੇ ਜਾਣਗੇ, ਉਹਨੂੰ ਜ਼ਮੀਨਾਂ ਦਿੱਤੀਆਂ ਜਾਣਗੀਆਂ, ਤੇ ਜਿਹੜਾ ਨਹੀਂ ਉਹਨੂੰ ਮੌਤ ਦੇ ਘਾਟ ਉਤਾਰਿਆ ਜਾਵੇਗਾ। ਤੇ ਜਿਹੜੇ ਸਿਆਣੇ ਸਿਆਣੇ ਹਿੰਦੂ ਸੀ ਉਹਨਾਂ ਨੇ ਉਹਦੇ ਅੱਗੇ ਬੇਨਤੀ ਕੀਤੀ, ਸੂਬੇਦਾਰ ਅੱਗੇ, ਆਲਫ ਖਾਂ ਅੱਗੇ, ਕਹਿਣ ਲੱਗੇ ਅੰਨਦਾਤਾ ਸਾਡੀ ਬੇਨਤੀ ਨੂੰ ਪ੍ਰਵਾਨ ਕਰੋ, ਸਾਨੂੰ ਘੱਟ ਤੋਂ ਘੱਟ 6 ਮਹੀਨੇ ਦਾ ਟਾਈਮ ਦਿੱਤਾ ਜਾਵੇ, ਅਸੀਂ ਆਪਣੇ ਦੇਵੀਆਂ ਦੇਵਤਿਆਂ ਨੂੰ ਅਰਾ ਦੇਵਾਂਗੇ, ਅਸੀਂ ਕੋਈ ਹੀਲਾ ਕਰ ਲਾਂਗੇ, ਸਾਡਾ ਧਰਮ ਬਚ ਜੇ। ਕਹਿਣ ਲੱਗਾ 6 ਮਹੀਨੇ ਦਾ ਤੁਹਾਨੂੰ ਟਾਈਮ ਦਿੱਤਾ ਗਿਆ, ਪਰ 6 ਮਹੀਨੇ ਦੇ ਟਾਈਮ ਤੋਂ ਬਾਅਦ ਮੈਂ ਇਹੀ ਸੁਣਨਾ ਚਾਹੁੰਦਾ ਵੀ ਤੁਸੀਂ ਮੁਸਲਮਾਨ ਹੋ ਜਾਓ। ਹਿੰਦੂ ਵਿਚਾਰੇ ਔਰੰਗਜ਼ੇਬ ਦੇ ਕਹਿਰ ਤੋਂ ਕਿਵੇਂ ਬਚ ਸਕਦੇ ਸਨ, ਜਿਹਨੇ ਆਪਣੇ ਖੁਦ ਸਕੇ ਭਰਾ ਮਰਵਾ ਦਿੱਤੇ, ਜਿਹਨੇ ਆਪਣੇ ਭਤੀਜੇ ਮਰਵਾ ਦਿੱਤੇ, ਜਿਹਨੇ ਆਪਣੇ ਪਿਓ ਨੂੰ ਤੜਫਾ ਕੇ ਜੇਲ੍ਹ ਦੇ ਵਿੱਚ ਭੁੱਖਾ ਤੇ ਪਿਆਸਾ ਮਾਰਿਆ, ਜਿਹਨੇ ਆਪਣੀ ਭੈਣ ਯਹਆਰਾ ਨੂੰ ਜੇਲ੍ਹ ਵਿੱਚ ਬੰਦ ਕਰ ਦਿੱਤਾ। ਵੱਡੇ ਭਰਾ ਦਾ ਕਤਲ ਜਿਹੜਾ ਉਹ ਬੜੇ ਅਨੋਖੇ ਢੰਗ ਦੇ ਨਾਲ ਇਹਨੇ ਕੀਤਾ। ਸਭ ਤੋਂ ਪਹਿਲਾਂ ਦਾਰਾ ਸਕੂਲ ਨੂੰ ਇਹਨੇ ਹਾਥੀ ਤੇ ਉਹਦਾ ਜਲੂਸ ਕੱਢਿਆ, ਮੰਗਤਿਆਂ ਵਾਲੇ ਕੱਪੜੇ ਪਵਾ ਕੇ ਉਹਨੂੰ ਗਲੀ ਗਲੀ ਮੰਗਾਇਆ, ਭੀਖ ਮੰਗਾਈ। ਬਾਅਦ ਵਿੱਚ ਉਹਦਾ ਸਿਰ ਵੱਢ ਕੇ ਈਦ ਦੇ ਪਵਿੱਤਰ ਦਿਹਾੜੇ ਵਾਲੇ ਦਿਨ ਆਪਣੇ ਪਿਤਾ ਨੂੰ ਤੋਹਫਾ ਭੇਜਿਆ ਇਹਨੇ। ਐਸਾ ਨਿਰਦਈ ਸੀ ਇਹ। ਤੇ ਦੂਸਰਿਆਂ ਵਾਸਤੇ ਕੀ ਸੀ, ਇਹਨੇ ਆਪਣੇ ਕੌਮ ਦੇ ਮੁਸਲਮਾਨ ਨਹੀਂ ਛੱਡੇ, ਸੂਫੀ ਸਰਮਦ ਵਰਗੇ ਫਕੀਰ ਇਹਨੇ ਕਤਲ ਕੀਤੇ। ਆਪ ਇਹ ਸੁੰਨੀ ਸੀ ਤੇ ਇਹਨੇ ਸ਼ੀਆ ਮੁਸਲਮਾਨਾਂ ਨੂੰ ਨਹੀਂ ਬਖਸ਼ਿਆ। ਹਿੰਦੂ ਧਰਮ ਜਿਹੜਾ ਖਤਰੇ 'ਚ ਆ ਗਿਆ। ਆਸੇ ਪਾਸੇ ਅਰਦਾਸਾਂ ਕਰਦੇ ਫਿਰਦੇ ਨੇ ਹਿੰਦੂ ਵਿਚਾਰੇ, ਉਹਨਾਂ ਦੀ ਫਰਿਆਦ ਕੋਈ ਨਹੀਂ ਸੁਣਦਾ। ਇਤਿਹਾਸਕਾਰਾਂ ਨੇ ਤਾਂ ਬੜਾ ਕੁਛ ਲਿਖਿਆ ਕਿ ਹਿੰਦੂਆਂ ਨੂੰ ਇੱਕ ਮੰਦਰ ਵਿੱਚੋਂ ਚਿੱਠੀ ਮਿਲੀ ਸੁਨਹਿਰੀ ਅੱਖਰਾਂ ਦੀ, ਉਹਦੇ ਉੱਤੇ ਲਿਖਿਆ ਸੀ ਕਿ ਤੁਸੀਂ ਅਨੰਦਪੁਰ ਸਾਹਿਬ ਚੱਲ ਜਾਓ। ਬੜਾ ਕੁਛ ਲਿਖਿਆ, ਪਰ ਸੋਹਣ ਸਿੰਘ ਸੀਤਲ ਬਹੁਤ ਗ੍ਰੰਥਾਂ ਦੇ ਹਵਾਲੇ ਦੇ ਕੇ ਲਿਖਦੇ ਨੇ ਕਿ ਜਿਹੜੇ ਗੁਰੂ ਘਰ ਦੇ ਵਿਰੋਧੀ ਸੀ ਨਾ, ਬਾਬਾ ਧੀਰਮਲ ਵਰਗੇ, ਰਾਮ ਰਾਈਆਂ ਵਰਗੇ, ਬਾਬਾ ਪ੍ਰਿਥੀ ਚੰਦ ਦੀ ਸੁਲਤਾਨ ਹਰਜੀ ਵਰਗੇ, ਇਹ ਈਰਖਾ ਕਰਦੇ ਸੀ ਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਗੱਦੀ ਤੇ ਕਿਉਂ ਆ ਗਏ, ਗੱਦੀ ਰੱਖ ਤੇ ਸਾਡਾ ਬਣਦਾ ਸੀ। ਜਿਵੇਂ ਗੁਰੂ ਅਰਜਨ ਦੇਵ ਸਾਹਿਬ ਦੀ ਸ਼ਹੀਦੀ ਵੇਲੇ ਬਾਬਾ ਪ੍ਰਿਥੀ ਚੰਦ ਦਾ ਬਹੁਤ ਜ਼ਿਆਦਾ ਯੋਗਦਾਨ ਸੀ, ਬਹੁਤ ਜ਼ਿਆਦਾ ਹੱਥ ਸੀ ਸਰਕਾਰ ਦੇ ਨਾਲ। ਇਸ ਸਰਕਾਰ ਦੇ ਨਾਲ ਇਹ ਮਿਲੇ ਸੰਤ ਨੇ ਪਰਿਵਾਰ, ਇਹਨਾਂ ਨੇ ਇੱਕ ਵਿਉਂਤ ਸੋਚੀ, ਇੱਕ ਜੁਗਤ ਸੋਚੀ ਕਿ ਹਿੰਦੂਆਂ ਨੂੰ ਕਿਉਂ ਨਾ ਇੱਧਰ ਨੂੰ ਕੀਤਾ ਜਾਵੇ। ਹਿੰਦੂ ਵਿਚਾਰੇ ਦੁਖੀ ਸੀ, ਉਹਨਾਂ ਦੀ ਫਰਿਆਦ ਕੋਈ ਨਹੀਂ ਸੀ ਸੁਣਦਾ। ਹਿੰਦੂਆਂ ਨੂੰ ਕਹਿਣ ਲੱਗੇ, ਬਾਬਾ ਧੀਰਮਲ ਜੀ ਤੇ ਹੋਰ ਈਰਖਾਵਾਦੀ ਕਹਿਣ ਲੱਗੇ, ਤੁਸੀਂ ਦੇਵੀਆਂ ਦੇਵਤਿਆਂ ਦੀ ਆਰਾਧਨਾ ਕਰ ਰਹੇ ਹੋ ਤੇ ਚਲੇ ਗਏ, ਹੁਣ ਤੁਹਾਡੀ ਉਹਨਾਂ ਅਰਦਾਸ ਨਹੀਂ ਸੁਣਨੀ। ਜਾਗਦੀ ਜੋਤ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨਾਮੇ ਨਾਨਕ ਗੱਦੀ ਤੇ ਬਿਰਾਜਮਾਨ ਨੇ ਸ੍ਰੀ ਅਨੰਦਪੁਰ ਸਾਹਿਬ, ਤੁਸੀਂ ਉਹਨਾਂ ਦਾ ਓਟ ਆਸਰਾ ਲਓ, ਤੁਸੀਂ ਉਹਨਾਂ ਦੇ ਚਰਨਾਂ ਵਿੱਚ ਜਾ ਕੇ ਪੁਕਾਰ ਕਰੋ, ਤੁਹਾਡਾ ਦੁੱਖ ਨਿਵਰਤ ਕਰਨਗੇ, ਤੁਹਾਡੀ ਬਾਂਹ ਫੜਨਗੇ ਉਹ। ਇਹਨਾਂ ਦੀ ਸੋਚ ਇਹ ਸੀ ਈਰਖਾਵਾਦੀਆਂ ਦੀ ਵੀ ਜੇ ਗੁਰੂ ਤੇਗ ਬਹਾਦਰ ਸਾਹਿਬ ਨੇ ਇਹਨਾਂ ਦੀ ਬਾਂਹ ਫੜ ਲਈ, ਇਹਨਾਂ ਦੀ ਆਖੀ ਮੰਨ ਲਈ ਤੇ ਔਰੰਗਜ਼ੇਬ ਦਾ ਸ਼ਿਕਾਰ ਬਣ ਜਾਣਗੇ ਗੁਰੂ ਤੇਗ ਬਹਾਦਰ ਸਾਹਿਬ, ਫਿਰ ਵੀ ਸਾਨੂੰ ਮੌਜ ਲੱਗ ਜਾਏਗੀ। ਤੇ ਜੇ ਹਿੰਦੂਆਂ ਦੀ ਬਾਂਹ ਨਾ ਫੜੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਨੇ, ਤੇ ਫਿਰ ਸਾਨੂੰ ਮੌਕਾ ਮਿਲ ਜਾਏਗਾ ਕਿ ਗੁਰੂ ਨਾਨਕ ਪਾਤਸ਼ਾਹ ਦੀ ਗੱਦੀ ਦੇ ਇਹ ਵਾਰਸ ਨੇ ਤੇ ਦੁਖੀਆਂ ਦੀ ਪੁਕਾਰ ਨਹੀਂ ਸੁਣ ਰਹੇ। ਬੜੀ ਵੱਡੀ ਇਹਨਾਂ ਨੇ ਸੋਚ ਸੋਚੀ ਈਰਖਾਵਾਦੀਆਂ ਨੇ। ਹਿੰਦੂਆਂ ਨੂੰ ਕਹਿਣ ਲੱਗੇ, ਤੁਸੀਂ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਦਾ ਲੜ ਫੜੋ ਜਾ ਕੇ। ਇਹ ਨਿਰਾਸ਼ ਬੇਆਸਰਾ ਸੀ ਵਿਚਾਰੇ ਹਿੰਦੂ। ਪੰਡਤ ਕਿਰਪਾ ਰਾਮ ਅਮਰਨਾਥ ਦਾ ਮੇਨ ਪ੍ਰੀਸਟ ਸੀ ਜਿਹੜਾ, ਉਹਦੀ ਜਥੇਦਾਰੀ ਹੇਠ ਇਹ 500 ਬ੍ਰਾਹਮਣਾਂ ਦਾ ਡੈਪੂਟੇਸ਼ਨ
ਸ੍ਰੀ ਅਨੰਦਪੁਰ ਸਾਹਿਬ ਪਹੁੰਚਿਆ। ਜਾ ਕੇ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਬੇਨਤੀ ਕੀਤੀ। ਕਹਿਣ ਲੱਗੇ, ਮਹਾਰਾਜ, ਸਾਡਾ ਧਰਮ ਦਾ ਬੇੜਾ ਡੁੱਬ ਰਿਹਾ, ਔਰੰਗਜ਼ੇਬ ਸਾਡੇ ਤੇ ਜ਼ੁਲਮ ਢਾ ਰਿਹਾ, ਸਾਡੀ ਬਾਂਹ ਕੋਈ ਨਹੀਂ ਫੜਦਾ। ਮਹਾਰਾਜ, ਤੁਸੀਂ ਗੁਰੂ ਨਾਨਕ ਪਾਤਸ਼ਾਹ ਦੀ ਜੋਤ ਦੇ ਵਾਰਸ ਹੋ ਤੇ ਤੁਸੀਂ ਗਰੀਬਾਂ ਦੇ ਹਾਮੀ ਹੋ, ਸਾਡੇ ਤੇ ਕਿਰਪਾ ਕਰੋ, ਸਾਡੀ ਮਦਦ ਕਰੋ। ਇਹ ਰੋ ਰਹੇ ਨੇ ਤੇ ਵਿਰਲਾਪ ਕਰ ਰਹੇ ਨੇ। ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਦੀ ਉਮਰ 9-9.5 ਸਾਲ ਦੀ ਇਤਿਹਾਸ ਬਿਆਨ ਕਰਦਾ ਹੈ। ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਪਿਤਾ ਤੇਗ ਬਹਾਦਰ ਸਾਹਿਬ ਜੀ ਦੇ ਕੋਲ ਆ ਕੇ ਕਹਿੰਦੇ, ਪਿਤਾ ਜੀ, ਇਹ ਰੋ ਕਿਉਂ ਰਹੇ ਨੇ, ਇਹ ਵਿਰਲਾਪ ਕਿਉਂ ਕਰ ਰਹੇ ਨੇ, ਇਹਨਾਂ ਦੀਆਂ ਅੱਖਾਂ ਵਿੱਚ ਹੰਝੂ ਕਿਉਂ? ਤੇ ਗੁਰੂ ਤੇਗ ਬਹਾਦਰ ਸਾਹਿਬ ਕਹਿਣ ਲੱਗੇ, ਬੇਟਾ, ਇਹਨਾਂ ਦਾ ਧਰਮ ਖਤਰੇ ਵਿੱਚ ਆ, ਇਹਨਾਂ ਦੀ ਕੋਈ ਬਾਂਹ ਫੜਨ ਵਾਲਾ ਨਹੀਂ, ਇਹਨਾਂ ਤੇ ਅਤਿਆਚਾਰ ਕਰ ਰਿਹਾ ਔਰੰਗਜ਼ੇਬ, ਇਹਨਾਂ ਦਾ ਧਰਮ ਖੋਹ ਰਿਹਾ। ਤੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਕਹਿਣ ਲੱਗੇ, ਪਿਤਾ ਜੀ, ਫਿਰ ਇਹਨਾਂ ਦੇ ਆਂਸੂ ਪੂੰਝੋ, ਇਹਨਾਂ ਦਾ ਮਸਲਾ ਹੱਲ ਕਰੋ, ਇਹਨਾਂ ਦਾ ਦੁੱਖ ਨਿਵਰਤ ਕਰੋ। ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਮਹਾਰਾਜ ਕਹਿਣ ਲੱਗੇ, ਬੇਟਾ, ਏਡੀ ਛੇਤੀ ਇਹ ਮਸਲਾ ਹੱਲ ਹੋਣ ਵਾਲਾ ਨਹੀਂ ਆ। ਕੋਈ ਧਰਮਾਤਮਾ, ਕੋਈ ਮਹਾਂਪੁਰਸ਼, ਕੋਈ ਪਵਿੱਤਰ ਖੂਨ, ਕੋਈ ਪਵਿੱਤਰ ਆਤਮਾ ਦਿੱਲੀ ਦੇ ਚਾਂਦਨੀ ਚੌਂਕ ਵਿੱਚ ਜਾ ਕੇ ਸ਼ਹੀਦੀ ਪਾਵੇ, ਆਪਣਾ ਬਲੀਦਾਨ ਦੇਵੇ, ਤੇ ਫਿਰ ਇਹ ਜ਼ੁਲਮ ਰੁਕ ਸਕਦਾ ਹੈ। ਤੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ 10ਵੇਂ ਬਾਪੂ 9.5 ਸਾਲ ਦੀ ਉਮਰ ਵਿੱਚ ਕਹਿਣ ਲੱਗੇ, ਪਿਤਾ ਜੀ, ਇਹ ਗੁਰੂ ਨਾਨਕ ਪਾਤਸ਼ਾਹ ਦਾ ਦਰਬਾਰ ਆ, ਇਹਨਾਂ ਨੂੰ ਅੱਗੇ ਦੱਸਾ ਨਾ ਪਾਓ, ਇਹਨਾਂ ਦਾ ਦੁੱਖ ਨਿਵਰਤ ਕਰੋ, ਇਹ ਦੁਖੀਆਂ ਦੇ ਆਂਸੂ ਪੂੰਝੋ, ਇਹਨਾਂ ਦਾ ਬੇੜਾ ਬੰਨੇ ਲਾਓ। ਤੇ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਅੰਦਰੋਂ ਤੇ ਬੜੇ ਖੁਸ਼ ਹੋਏ ਕਿ ਵਿਚਾਰ ਬਹੁਤ ਸਹੀ ਆ, ਪਰ ਫਿਰ ਵੀ ਕਹਿਣ ਲੱਗੇ, ਬੇਟਾ, ਅਸੀਂ ਦਿੱਲੀ ਵਿੱਚ ਜਾ ਕੇ ਸ਼ਹੀਦ ਹੋ ਗਏ, ਤੂੰ ਯਤੀਮ ਹੋ ਜਾਵੇਂਗਾ ਤੇ ਤੇਰੀ ਉਮਰ ਬੜੀ ਛੋਟੀ ਆ, ਤੇ ਤੇਰਾ ਬੜੇ ਵੱਡੇ ਜ਼ਾਲਮ ਬਾਦਸ਼ਾਹ ਦੇ ਨਾਲ ਵਾਹ ਪੈਣਾ, ਇਸ ਗੱਲ ਵਾਸਤੇ ਸੋਚ ਰਹੇ, ਤੂੰ ਯਤੀਮ ਹੋ ਜਾਏਗਾ। ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਕਹਿਣ ਲੱਗੇ, ਪਿਤਾ ਜੀ, ਜੇ ਮੇਰੇ ਇੱਕ ਯਤੀਮ ਹੋਣ ਦੇ ਨਾਲ ਮੇਰੇ ਲੱਖਾਂ ਤੇ ਹਜ਼ਾਰਾਂ ਤੇ ਕਰੋੜਾਂ ਵੀਰ ਯਤੀਮ ਹੋਣ ਤੋਂ ਬਚ ਜਾਣ ਹਿੰਦੁਸਤਾਨ ਦੇ, ਤੇ ਗੋਬਿੰਦ ਰਾਏ ਨੂੰ ਯਤੀਮ ਕਰ ਦਿਓ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਕਿੱਡੀ ਵੱਡੀ ਦੇਣ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਦੀ, ਵੀ ਮੈਨੂੰ ਯਤੀਮ ਕਰ ਦਿਓ, ਹਿੰਦੁਸਤਾਨ ਦੇ ਮੇਰੇ ਵੀਰ ਲੱਖਾਂ ਕਰੋੜਾਂ ਉਹ ਯਤੀਮ ਹੋਣ ਤੋਂ ਬਚ ਜਾਣ। ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੇ ਮਾਤ ਗੁਜਰੀ ਜੀ ਦੀ ਵੀ, ਆਪਣੇ ਮਹਿਲਾਂ ਦੀ ਵੀ ਸਲਾਹ ਲਈ। ਕਹਿਣ ਲੱਗੇ, ਗੁਜਰੀਏ, ਤੇਰੇ ਪੁੱਤਰ ਨੇ ਆਹ ਸਲਾਹ ਦਿੱਤੀ ਹੈ ਗੋਬਿੰਦ ਰਾਏ ਨੇ। ਮਾਤ ਗੁਜਰੀ ਜੀ ਕਹਿਣ ਲੱਗੇ, ਜੋ ਮੇਰੇ ਪੁੱਤਰ ਨੇ ਕਿਹਾ ਉਹ ਗਲਤ ਨਹੀਂ ਰਹਿ ਦੇ ਸਕਦੇ, ਜੋ ਉਹਨਾਂ ਨੇ ਕਿਹਾ ਠੀਕ ਹੈ। ਤੇ ਕਹਿਣ ਲੱਗੇ, ਗੁਜਰੀਏ, ਅਸੀਂ ਦਿੱਲੀ ਦੇ ਚਾਂਦਨੀ ਚੌਂਕ ਵਿੱਚ ਸ਼ਹਾਦਤ ਦਾ ਜਾਮ ਪੀ ਲਾਂਗੇ। ਪਤੀ ਤੋਂ ਬਗੈਰ ਇਸਤਰੀ ਦੀ ਜ਼ਿੰਦਗੀ ਜਿਹੜੀ ਬੜੀ ਦੁੱਖਾਂ ਭਰੀ ਹੁੰਦੀ, ਬੜਾ ਦੁੱਖਾਂ ਦਾ ਸਾਹਮਣਾ ਕਰਨਾ ਪੈਂਦਾ, ਬੜਾ ਮੁਸੀਬਤਾਂ ਦਾ ਸਾਹਮਣਾ ਕਰਨਾ ਪੈਂਦਾ। ਤੇਰੀ ਕੀ ਰਾਏ ਆ, ਤੇਰੀ ਕੀ ਸਲਾਹ ਆ? ਤੇ ਮਾਤ ਗੁਜਰੀ ਜੀ ਨੇ ਵੀ ਹੱਥ ਜੋੜ ਕੇ ਕਿਹਾ, ਕਹਿਣ ਲੱਗੇ, ਗੁਰੂਪਤੀ ਸੱਚੇ ਪਾਤਸ਼ਾਹ, ਜੇ ਮੇਰੇ ਇੱਕ ਵਿਧਵਾ ਹੋਣ ਦੇ ਨਾਲ ਮੇਰੀਆਂ ਲੱਖਾਂ ਕਰੋੜਾਂ ਭੈਣਾਂ ਵਿਧਵਾ ਹੋਣ ਤੋਂ ਬਚ ਜਾਣ, ਤੇ ਗੁਜਰੀ ਨੂੰ ਵਿਧਵਾ ਕਰ ਦਿਓ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਮਾਤ ਗੁਜਰੀ ਜੀ ਨੂੰ ਪਿਆਰਿਓ ਯਾਦ ਕਰਿਆ ਕਰੋ। ਮੈਂ ਤਾਂ ਆਪਣੇ ਹਿੰਦੂ ਭੈਣਾਂ ਨੂੰ ਬੇਨਤੀ ਕਰਦਾ ਵੀ ਤੁਹਾਡਾ ਸੁਹਾਗ ਬਚਾਉਣ ਵਾਲੇ ਮਾਤ ਗੁਜਰੀ ਜੀ, ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ, ਗੁਰੂ ਤੇਗ ਬਹਾਦਰ ਮਹਾਰਾਜ, ਤੇ ਮੈਂ ਤੇ ਹਿੰਦੂ ਵੀਰਾਂ ਨੂੰ ਬੇਨਤੀ ਕਰਦਾ ਨਾ ਵੀ ਸਿੱਖ ਅਜੇ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹੀਦੀ ਭਾਵੇਂ ਘੱਟ ਮਨਾਉਣ, ਤੁਹਾਡੇ ਮੰਦਰਾਂ ਵਿੱਚ ਜ਼ਿਆਦਾ ਮਨਾਉਣੀ ਚਾਹੀਦੀ ਤੁਹਾਨੂੰ। ਤੁਹਾਡਾ ਕਰਕੇ, ਤੁਹਾਡਾ ਧਰਮ ਬਚਾਉਣ ਦੀ ਖਾਤਰ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦਿੱਲੀ ਦੇ ਚਾਂਦਨੀ ਚੌਂਕ ਦੇ ਵਿੱਚ ਸ਼ਹਾਦਤ ਦਾ ਜਾਮ ਪੀਤਾ। ਬੇਨਤੀ ਕਰ ਰਿਹਾ ਸੀ, ਜਦੋਂ ਇਹਨਾਂ ਪੰਡਤਾਂ ਦੀ ਬੇਨਤੀ ਸੁਣੀ, ਪੁਕਾਰ ਸੁਣੀ, ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੇ ਆਪਣੇ ਪਰਿਵਾਰ ਨਾਲ ਸਲਾਹ ਕੀਤੀ, ਇਹਨਾਂ ਬ੍ਰਾਹਮਣਾਂ ਨੂੰ ਹੌਸਲਾ ਦਿੱਤਾ। ਗੁਰੂ ਤੇਗ ਬਹਾਦਰ ਮਹਾਰਾਜ ਨੇ ਕਹਿਣ ਲੱਗੇ, ਜਾਓ ਔਰੰਗਜ਼ੇਬ ਨੂੰ ਜਾ ਕੇ ਕਹਿ ਦਿਓ ਵੀ ਸਾਡੇ ਆਗੂ ਨੇ ਗੁਰੂ ਤੇਗ ਬਹਾਦਰ ਮਹਾਰਾਜ, ਸਾਡੇ ਧਰਮ ਦੇ ਆਗੂ ਨੇ ਤੇਗ ਬਹਾਦਰ ਸਾਹਿਬ, ਜੇ ਤੁਸੀਂ ਉਹਨਾਂ ਨੂੰ ਮੁਸਲਮਾਨ ਬਣਾ ਲਓਗੇ ਤੇ ਸਾਰਾ ਹਿੰਦੁਸਤਾਨ ਹੀ ਮੁਸਲਮਾਨ ਹੋ ਜਾਏਗਾ, ਤੇ ਜੇ ਉਹ ਮੁਸਲਮਾਨ
ना होए तो फिर अपना तुहानूं जुर्म रोकना पेगा। आलफ खान नूं जाके बेनती की, आलफ खान ने अगे खबर पहुँचाती। औरंगजेब बड़ा खुश होया ये गल सुन के, कहण लगे एक बंदे नूं मनाउण दी किहड़ी गल है, कोई लालच देवांगे तां मन जेगा, कोई डरावा देवांगे तां मन जेगा, कोई भय भीत करांगे तां मन जेगा, एक बंदे दी किहड़ी गल है, एक बंदे नूं तां मनाउणा सौखा ही बड़ा। उन्हें अपने कर्मचारी भेजे श्री अनंदपुर साहब ते अपने कर्मचारियों नूं ये समझा के भेजा, कहण लगे गुरु तेग बहादुर साहब दे मगर जनता बहुत ज़्यादा है, इस्लाम के लोग भी बहुत ने उहदे मगर, पीर फकीर ने बहुत उहदे मगर, उहदे सेवक ने, ते हिंदू जाति ते सारी उहदे मगर है। तुसीं बड़े प्यार नाल जाके गल सुन करनी है। कर्मचारी आए, उन्होंने बेनती की, कहण लगे महाराज औरंगजेब तुहानूं बुला रहा दिल्ली। महाराज कहंदे सानूं पता, असीं जावांगे। वो वापस चले गए ते धन गुरु तेग बहादुर साहब महाराज हुण दिल्ली नूं तैयारी कर रहे ने। संगतां इन्नियां घबराहट दे विच ने, उन्हां नूं वो दृश याद आ रहा भी ये औरंगजेब दा दादा जहांगीर, उन्हें भी लाहौर सद्दिया सी गुरु अर्जन देव सच्चे पातशाह नूं, ते सरीरक तौर ते वापस नहीं सी मुड़े गुरु अर्जन देव सच्चे पातशाह। ते हुण ये जहांगीर दा पोतरा औरंगजेब, दादे दी दादे नाल टक्कर, पोतरे दी पोतरे नाल टक्कर, ये पीढ़ी दर पीढ़ी होंदी रही, ये कोई वक्ती नहीं सी। संगतां बड़ियां घबराहट दे विच ने, बड़ियां व्याकुल ने। साहिब श्री गुरु तेग बहादुर साहब महाराज उन्होंने संगतां नूं हौसला दे रहे हैं कि हौसला रखो, धीरज करो, चिंता ताकि कीजिए जो अनहोनी होए, ये मार्ग संसार को नानक थिर नहीं कोई। परमात्मा का भाना है, जो उन्होंने चंगा लगता हो जाना, चिंता ना करो। साडे नाल 5 सिख जाणगे, बाकी संगतां तुसीं अकाल पुरख का भाना मनो। सतगुरु चे पातशाह तुरन लगे ने, संगतां तोरन आईयां, थोड़ी दूर तोरन आईयां, सतगुरु चे पातशाह ने संगतां नूं वापस करता धीरज दे के। उन्हां दे नाल 5 सिख तैयार होए ने। आप जी नूं ज्ञात है, इतिहास के पन्ने बोल रहे हैं, बाबा मती दास, बाबा सती दास, भाई दयाला जी ते भाई गुरदत्ता जी। एक बाबा गुरदत्ता, एक भाई गुरदत्ता है। भाई गुरदत्ता जी वो ने जिहड़े बाबा बुढ़ा साहब की अंश बंश विचों ने, ते भाई जत्ता जी। होर भी लोगों ने, तखारियां ने कहा, भाई उदा जी का भी नाम लिया, पर भाई जत्ता जी, ये 5 सिख सतगुरु तेग बहादुर साहब महाराज जी के नाल दिल्ली नूं चाले पाउण लगे ने। सतगुरु गुरु तेग बहादुर महाराज ने कीरतपुर साहब गुरु हरगोबिंद पातशाह महाराज के स्थान पर नमस्कार की ते दिल्ली नूं तुर पे ने। सिख संगतां नूं तारदे धन गुरु तेग बहादुर महाराज दिल्ली नूं जा रहे हैं। तो मुसलमान हिंदू फकीर गुरु तेग बहादुर साहब के बड़े श्रद्धालु सन। सैफ अली खां फकीरी मत का सी, गुरु तेग बहादुर साहब महाराज जी का श्रद्धालु सी। सतगुरु चे पातशाह वो भी कई दिन रहे। गुरु तेग बहादुर साहब महाराज की उन्हें सेवा की। संगतां मिलण आईयां गुरु तेग बहादुर साहब महाराज नूं, संगतां की सेवा कर रहा सैफ अली खां, गुरु तेग बहादुर साहब की भी सेवा कर रहा। धन गुरु तेग बहादुर साहब महाराज सिख संगतां नूं तारदे देर लग गई, तो जिहड़े ईरखावादी सी ना, उन्होंने फिर कन्न भरे औरंगजेब दे। कहण लगे जहाँपना, जे गुरु तेग बहादुर साहब ने पेश होना होंदा तो उन्होंने हो जाना सी, वो तो बागी हो गए ने, वो तो भगौड़े हो गए ने, वो तो गुप्त हो गए ने, देर बड़ी लग गई। फिर कन्न भरते दोबारा। औरंगजेब ने वारंटी जारी कर दिते, इनाम रख दिता गया कि गुरु तेग बहादुर साहब जी नूं जिहड़ा गिरफ्तार करावे। धन गुरु तेग बहादुर साहब महाराज गिरफ्तार ते आप हुण तुरे जा रहे सन। सिख संगतां नूं तारदे देर लग रही है। एक बड़ा गरीब आगरे दे विच आ जिहड़ी बकरियां चारन वाला, उन्हें बेनती की, अरदास की, कहण लगे हे गुरु तेग बहादुर महाराज, तुसीं गिरफ्तारी ते देनी है। औरंगजेब ने इनाम रखा, जे किते मेरे गरीब के राही किते गिरफ्तार हो जाओ,
मेरी गरीबी कट्टी जाएगी, मैनू इनाम मिल जाएगा। सतगुरु चे पातशाह गुरु तेग बहादुर महाराज ਉਹਦੀ ਅਰਦਾਸ ਨੂੰ ਪ੍ਰਵਾਨ ਕਰਦੇ ਹੋਏ, ਉਹਦੀ ਅਰਦਾਸ ਨੂੰ ਕਬੂਲਦੇ ਹੋਏ ਸਤਿਗੁਰੂ ਤੇਗ ਬਹਾਦਰ ਮਹਾਰਾਜ ਆਗਰੇ ਦੀ ਧਰਤੀ ਨੂੰ ਜਾਂਦੇ ਨੇ। ਆਗਰੇ ਵਿੱਚ ਬਾਗ 'ਚ ਜਾ ਕੇ ਆਸਣ ਲਾ ਲਿਆ ਤੇ ਉਸ ਆਜੜੀ ਨੂੰ ਆਪਣੀ ਇੱਕ ਅੰਗੂਠੀ ਦਿੰਦੇ ਨੇ, ਇੱਕ ਦਿਸ਼ਾਲਾ ਦਿੰਦੇ ਨੇ ਕੀਮਤੀ। ਪਹਿਲੋਂ ਕਾਰਨ ਬਣਦਾ, ਫਿਰ ਕਾਰਜ ਬਣਦਾ। ਗੁਰੂ ਤੇਗ ਬਹਾਦਰ ਮਹਾਰਾਜ ਨੇ ਬਹਾਨਾ ਬਣਾਇਆ ਗਿਰਫਤਾਰ ਹੋਣ ਦਾ, ਕਾਰਨ ਬਣਾਇਆ ਇੱਕ ਅੰਗੂਠੀ ਤੇ ਇੱਕ ਦਿਸ਼ਾਲਾ ਦਿੱਤਾ। ਕਹਿਣ ਲੱਗੇ ਜਾਓ ਸਾਡੇ ਸਿੱਖਾਂ ਵਾਸਤੇ ਨਾ ਕੁਛ ਛਕਣ ਛਕਾਉਣ ਵਾਸਤੇ ਬਾਜ਼ਾਰੋਂ ਲਿਆਓ। ਉਹ ਆ ਜਿਹੜੀ ਅੰਗੂਠੀ ਲੈ ਕੇ, ਦਿਸ਼ਾਲਾ ਕੀਮਤੀ ਲੈ ਕੇ ਜਦੋਂ ਹਲਵਾਈ ਦੀ ਦੁਕਾਨ ਤੇ ਗਿਆ, ਹਲਵਾਈ ਨੇ ਵੇਖਿਆ ਵੀ ਇਹ ਵਸਤੂਆਂ ਬੜੀਆਂ ਕੀਮਤੀ ਨੇ ਤੇ ਗਰੀਬ ਆ। ਹਲਵਾਈ ਕਹਿਣ ਲੱਗਾ ਵੀ ਇਹ ਤੇਰੀਆਂ ਨਹੀਂ ਹੋ ਸਕਦੀਆਂ, ਇਹ ਤਾਂ ਬੜੀਆਂ ਕੀਮਤੀ ਨੇ, ਕਿੱਥੋਂ ਲਿਆ ਤੂੰ? ਉਹ ਆਜੜੀ ਨੇ ਸੱਚ ਬੋਲਿਆ। ਕਹਿਣ ਲੱਗਾ ਬਾਗ ਦੇ ਵਿੱਚ ਨਾ ਕੋਈ ਮਹਾਂਪੁਰਸ਼ ਆਏ ਨੇ, ਮੈਨੂੰ ਉਹਨਾਂ ਨੇ ਦਿੱਤੀਆਂ। ਜੋ ਉਹਨੂੰ ਹਲਵਾਈ ਨੇ ਵੇਖਿਆ ਵੀ ਇਹ ਗੁਰੂ ਤੇਗ ਬਹਾਦਰ ਸਾਹਿਬ ਨੇ, ਉਹਨੇ ਇਨਾਮ ਦੇ ਲਾਲਚ ਵਿੱਚ ਆ ਕੇ ਖਬਰ ਕੀਤੀ ਸਰਕਾਰੀ ਕਰਮਚਾਰੀਆਂ ਨੂੰ। ਕਹਿਣ ਲੱਗੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਆਗਰੇ ਬਾਗ ਦੇ ਵਿੱਚ ਬੈਠੇ ਨੇ, ਗ੍ਰਿਫਤਾਰ ਕਰ ਲਓ। ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ 500 ਬੰਦੇ ਦੀ ਕਮਾਨ ਹੇਠ ਗ੍ਰਿਫਤਾਰੀ ਦਿੱਤੀ। ਆਗਰੇ ਤੋਂ ਕਰਮਚਾਰੀ ਦਿੱਲੀ ਲੈ ਗਏ ਨੇ, ਔਰੰਗਜ਼ੇਬ ਦੇ ਪੇਸ਼ ਕੀਤਾ। ਔਰੰਗਜ਼ੇਬ ਨੇ ਰਾਜਨੀਤੀ ਸੋਚੀ ਬੜੇ ਪਿਆਰ ਦੇ ਨਾਲ, ਉਹ ਕੁਰਸੀ ਦਿੱਤੀ ਜਿਹੜੀ ਪੀਰਾਂ ਪੈਗੰਬਰਾਂ ਵਾਸਤੇ ਨੇ ਰੱਖੀ ਸੀ। ਕਹਿਣ ਲੱਗੇ ਮਹਾਰਾਜ ਤੁਸੀਂ ਹਿੰਦੂਆਂ ਦੇ ਪੀਰ ਹੋ ਤੇ ਮੇਰਾ ਵਿਚਾਰ ਆ ਕਿ ਸਾਰੇ ਹਿੰਦੁਸਤਾਨ ਵਿੱਚ ਇਸਲਾਮ ਧਰਮ ਹੋ ਜਾਵੇ, ਇੱਕੋ ਹੀ ਧਰਮ ਹੋ ਜਾਏ। ਮੇਰਾ ਇਹ ਵਿਚਾਰ ਆ, ਜੇ ਤੁਸੀਂ ਇਸਲਾਮ ਧਰਮ ਪ੍ਰਵਾਨ ਕਰ ਲਓ ਤੇ ਬੜੀ ਚੰਗੀ ਗੱਲ ਹੈ। ਸਾਰੇ ਹਿੰਦੂ ਜਿਹੜੇ ਨੇ ਉਹ ਮੁਸਲਮਾਨ ਬਣ ਜਾਣ, ਮੇਰਾ ਇਹ ਵਿਚਾਰ ਹੈ। ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਗੱਲ ਤਾਂ ਤੇਰੀ ਠੀਕ ਹੈ ਤੇਰੇ ਹਿਸਾਬ ਦੇ ਨਾਲ, ਪਰ ਕਿਸੇ ਕੋ ਜ਼ੋਰ ਦੇ ਨਾਲ ਧਰਮ ਖੋਣਾ ਜਿਹੜਾ ਉਹ ਜਾਇਜ਼ ਨਹੀਂ। ਔਰੰਗਜ਼ੇਬ ਕੋਈ ਆਪਣੇ ਆਪ ਖੁਸ਼ੀ ਦੇ ਨਾਲ ਧਰਮ ਚੇਂਜ ਕਰ ਲੇ ਤਾਂ ਵੱਖਰੀ ਗੱਲ ਆ, ਜਿਹੜਾ ਕਿਸੇ ਦਾ ਧਰਮ ਖੋਣਾ ਹੈ ਨਾ ਜ਼ੋਰ ਦੇ ਨਾਲ, ਉਹ ਠੀਕ ਨਹੀਂ। ਔਰੰਗਜ਼ੇਬ ਕਹਿਣ ਲੱਗਾ ਮਹਾਰਾਜ ਪੀਰ ਜੀ, ਨਾ ਤੁਸੀਂ ਤਿਲਕ ਲਾਇਆ, ਨਾ ਤੁਸੀਂ ਤਿਲਕ ਲਾਉਂਦੇ ਹੋ, ਨਾ ਤੁਸੀਂ ਜਨੇਊ ਪਾਉਂਦੇ ਹੋ, ਤੇ ਉਹਨਾਂ ਦੀ ਖਾਤਰ ਤੁਸੀਂ ਮਰਨ ਵਾਸਤੇ ਆ ਗਏ ਹੋ। ਤੁਹਾਨੂੰ ਪਤਾ ਨਹੀਂ ਤੁਸੀਂ ਕਿਹਦੇ ਨਾਲ ਗੱਲ ਕਰ ਰਹੇ ਹੋ? ਤੁਸੀਂ ਗੁਰੂ ਨਾਨਕ ਪਾਤਸ਼ਾਹ ਦੇ ਰਸਤੇ ਤੋਂ ਵੱਖਰੇ ਚੱਲਣ ਲੱਗ ਪਏ। ਗੁਰੂ ਨਾਨਕ ਪਾਤਸ਼ਾਹ ਨੇ ਤੇ ਜਨੇਊ ਪਾਇਆ ਹੀ ਨਹੀਂ ਸੀ। ਹੁਣ ਇਹੋ ਜਿਹੀਆਂ ਰਿਪੋਰਟਾਂ ਦੇਣ ਵਾਲੇ ਤੇ ਬਾਬਾ ਰਾਮ ਰਾਏ ਵਰਗੇ ਸੀ ਜਿਹੜੇ ਪਹਿਲੋਂ ਗਏ ਸੀ। ਔਰੰਗਜ਼ੇਬ ਕਹਿੰਦਾ ਵੀ ਤੁਸੀਂ ਨਾ ਜਨੇਊ ਪਾਉਂਦੇ ਜੇ, ਨਾ ਤਿਲਕ ਲਾਉਂਦੇ ਜੇ, ਤੁਹਾਡੇ ਗੁਰੂ ਨਾਨਕ ਪਾਤਸ਼ਾਹ ਨੇ ਜਨੇਊ ਤੋਂ ਨਾ ਕਰ ਦਿੱਤੀ ਸੀ ਤੇ ਤੁਸੀਂ ਜਨੇਊ ਵਾਲਿਆਂ ਦੀ ਖਾਤਰ ਮਰਨ ਵਾਸਤੇ ਆ ਗਏ। ਤੁਹਾਡੇ ਵਾਸਤੇ ਠੀਕ ਨਹੀਂ। ਧੰਨ ਗੁਰੂ ਤੇਗ ਬਹਾਦਰ ਮਹਾਰਾਜ ਕਹਿਣ ਲੱਗੇ ਕੌਣ ਕਹਿੰਦਾ ਗੁਰੂ ਨਾਨਕ ਪਾਤਸ਼ਾਹ ਨੇ ਜਨੇਊ ਤੋਂ ਨਾ ਕੀਤੀ? ਬਾਣੀ ਦੀ ਵਿਚਾਰ ਕਰੋ। ਦਇਆ ਕਪਾ ਸੰਤੋਖ ਸੂਤ ਜਤ ਗੰਢੀ ਸੱਤ ਵਟ, ਇਹ ਜਨੇਊ ਜੀ ਕਹਾਈ ਤਾਂ ਪਾਂਡੇ ਘੱਤ। ਧੰਨ ਗੁਰੂ ਨਾਨਕ ਪਾਤਸ਼ਾਹ ਦਾ ਹੁਕਮ ਇਹ ਸੀ ਕਿ ਜੇ ਇਹੋ ਜਿਹਾ ਜਨੇਊ ਹੈਗਾ ਤੇ ਉਹ ਮੈਨੂੰ ਪਾ ਦੇ, ਮੈਂ ਪਾਉਣ ਨੂੰ ਤਿਆਰ ਹਾਂ। ਪਾਓ ਪੰਡਤ ਜੀ, ਮੈਂ ਤਿਆਰ ਬੈਠਾ। ਕਿੱਥੇ ਨਾ ਕੀਤੀ? ਇਹ ਵਿਚਾਰਾਂ ਖਤਮ ਹੋਈਆਂ। ਔਰੰਗਜ਼ੇਬ ਥੋੜਾ ਜਿਹਾ ਕ੍ਰੋਧ ਵਿੱਚ ਆ ਕੇ ਬੋਲਿਆ। ਕਹਿਣ ਲੱਗਾ ਪੀਰ ਜੀ, ਜੇ ਤੇ ਤੁਸੀਂ ਇਸਲਾਮ ਧਰਮ ਕਬੂਲ ਕਰੋ ਤੇ ਬੜੀ ਚੰਗੀ ਗੱਲ ਹੈ, ਤੁਹਾਨੂੰ ਪੀਰ ਦਾ ਅਹੁਦਾ ਮਿਲੇਗਾ, ਸਾਰਾ ਹਿੰਦੁਸਤਾਨ ਤੁਹਾਨੂੰ ਪੂਜੇਗਾ। ਤੇ ਜੇ ਦੂਸਰੀ ਸ਼ਰਤ ਇਹ ਹੈ ਕਿ ਜੇ ਪੀਰ ਜੇ ਤੇ ਫਿਰ ਕੋਈ ਕਲਾ ਵਿਖਾ ਲਓ, ਕਰਾਮਾਤ ਵਿਖਾ ਲਓ। ਜੇ ਪੀਰ ਜੇ ਤੇ ਤੁਹਾਨੂੰ ਲੋਕ ਪੀਰ ਕਹਿੰਦੇ ਨੇ, ਪਹਿਲੋਂ ਇਸਲਾਮ ਕਬੂਲ ਕਰੋ, ਦੂਸਰੀ ਸ਼ਰਤ ਕਰਾਮਾਤ ਵਿਖਾ ਲਓ। ਜੇ ਫਿਰ ਇਹ ਦੋਵੇਂ ਨਹੀਂ ਤੇ ਫਿਰ ਮਰਨ ਵਾਸਤੇ ਤਿਆਰ ਹੋ ਜਾਓ। ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਕਹਿਣ ਲੱਗੇ ਔਰੰਗਜ਼ੇਬ, ਮੌਤ ਦਾ ਕੋਈ ਡਰ ਨਹੀਂ। ਮੈਂ ਤੇ ਮੌਤ ਦੇ ਗੀਤ ਗਾਉਂਦਾ ਹੈ ਹੁਣ ਤੱਕ, ਮੈਂ ਤੇ ਉਪਦੇਸ਼ ਹੀ ਹੁਣ ਤੱਕ ਲੋਕਾਂ ਨੂੰ ਮੌਤ ਦਾ ਕੀਤਾ। ਮੈਨੂੰ ਕੀ ਡਰਾਉਣਾ ਮੌਤ ਤੋਂ? ਮੈਂ ਤੇ ਲੋਕਾਂ ਨੂੰ ਉਪਦੇਸ਼ ਹੀ ਇਹ ਕੀਤਾ
कि जो उपजो सो बिनस है परो आज के काल, नानक हर गुण गाए ले छाड़ सगल जंजाल। ਜਿਹੜੇ ਕਾਲਜ ਵਿੱਚ ਅਸੀਂ ਪੜ੍ਹੇ ਆ ਨਾ, ਤੇ ਉਸ ਕਾਲਜ ਦੇ ਦਰਵਾਜ਼ੇ ਮੋਹਰੇ ਮਾਟੋ ਜਿਹੜਾ ਲਿਖਿਆ ਹੁੰਦਾ ਸੀ ਨਾ, ਉਹ 'ਤੇ ਲਿਖਿਆ ਹੁੰਦਾ ਸੀ, ਜੋ ਤੋ ਪ੍ਰੇਮ ਖੇਲਣ ਕਾ ਚਾਓ ਸਿਰ ਤਰ ਤਲੀ ਗਲੀ ਮੇਰੀ ਆਓ, ਇੱਕ ਮਾਰਗ ਪੈਰ ਤਰੀਜੈ ਸਿਰ ਦੀਜੇ ਕਾਣ ਨਾ ਕੀਜੈ। ਔਰੰਗਜ਼ੇਬ ਜਿਹੜੇ ਕਾਲਜ ਵਿੱਚ ਅਸੀਂ ਪੜ੍ਹੇ ਆ ਨਾ, ਉੱਥੇ ਉਹਨਾਂ ਮਾਟੋਆਂ 'ਤੇ ਲਿਖਿਆ ਹੀ ਹੁੰਦਾ ਸੀ ਦਰਵਾਜ਼ੇ 'ਤੇ, ਪਹਿਲਾ ਮਰਨ ਕਬੂਲ जीवन की छाड़ आस, हो सबन की रेणुका तो आओ हमारे पास। मैनू मौत तो डराउना, तेरी तलवार का डरावा दिंदे हो। एक कवि ने बड़िया सोहनिया सतरां लिखियां गुरु तेग बहादुर महाराज जी का, इस पुत्र ते औरंगजेब का। वो कवि इस तरह लिखदा कि हे औरंगजेब, तू तलवार को मैनू डरा ना। गुरु तेग बहादुर महाराज कहते, एक नहीं दो नहीं कट ले 100 तेगा, मैं जमदे ने तेगां दी शाम आनी, मेरे पिता ने पहनियां 2 तेगा, तू मैनू तलवार को डराउना। मैं जमदे ने छोटे होंदे ने तेगां दी शाम आनी, मेरे पिता जी ने 2 तेगां पहनियां सी। एक नहीं दो नहीं पहनियां 2 तेगां, मैं जमदे ने तेगां दी शाम आनी, मेरे पिता ने पहनियां 2 तेगां। मेरे पिता दी अणख बहादरी ते रिहा परखदा तेरा प्यो तेगां, तू वेखी आउंदे भविख अंदर मेरे पुत्र ने वाहणियां ओह तेगां, ओहदी तेग विचों जिहड़ी तेग निकलू खालसे दी तेग, ओहदी तेग विचों जिहड़ी तेग निकलू लखां लोग तेरियां खो तेगां। औरंगजेब मैनू डरा ना, मैं डरन वास्ते नहीं आया, तू अपनी मर्जी कर, तेनू अपना धर्म प्यारा, मैनू अपना धर्म प्यारा। फिर औरंगजेब ने क्रोध विच आके जेल विच बंद किया 5 सिख ते गुरु तेग बहादुर साहब महाराज कई दिन भुखे ते प्यासे रखे गए। ईणा मना रहा, सतगुरु च पातशाह कहते तेनू अपना धर्म प्यारा, मैनू अपना धर्म प्यारा। साहब श्री गुरु तेग बहादुर साहब महाराज के सामने सिखां नूं शहीद करना औरंगजेब ने, कि सतगुरु तेग बहादुर महाराज भयभीत हो जान, डर जान ते मेरा हुक्म मान लैन। जेल विच बंद किया, 4 चफेरे पहरा लगा होया। बाबा मती दास जी सतगुरु तेग बहादुर साहब महाराज के चरणों च बेनती करते हैं, महाराज इन्हें तुहानूं जेल विच बंद किया जालम सरकार ने, जे दास नूं हुक्म दिओ ते दिल्ली की इट दे नाल इट खड़का दियां। कर्मचारी सुन रहे सन, कंधा वैरी सन, पत्ता पत्ता वैरी सी। रिपोर्ट मिल गई कि एक उन्हां दे नाल मती दास दे नाम का सिख है, और आह गल कहंदा दिल्ली ते लाहौर की इट दे नाल इट खड़का दियां। दिने सद्दिया गया, कहण लगे तू कह रहा सी दिल्ली ते लाहौर की इट दे नाल इट खड़का दियां। काजी नूं सद्दिया गया, काजी ने फतवा जारी किया। वो 3 शर्तां रखियां गई भाई मती दास के सामने, कहण लगे जां इस्लाम कबूल, जां करामात, जां फिर मौत। ते भाई मती दास जी कहण लगे इट ना इट ते खुड़ा सकदा, इन्ना बल मेरे गुरु ने मैनू बख्शिया, पर मेरे गुरु का हुक्म नहीं है, मेरे गुरु का हुक्म है रजा दे विच रहना। भाई मती दास जी नूं फतवा लग गया भी इनू फट्टियां दे विच बन के आरे दे नाल चीर दिओ। भाई मती दास नूं फिर पुछया गया, काजी ते जलाद कहण लगे अजे भी टाइम हैगा, अजे भी समा तेरे कोल हैगा, सोच लै। भाई मती दास जी कहंदे सोच लिया। कहण लगे कोई तेरी आखिरी इच्छा? कहण लगे बस आखिरी इच्छा यह है कि जदों मेरे सीस ते आरा चले मेरा मुख गुरु तेग बहादुर साहब के सामने होना चाहिए। मैं शहीदी पाउंदे आया भी, शरीर छड्डदे आया भी, मेरा मुख जिहड़ा मेरे गुरु वाल होना चाहिए। प्यारिओ कहना ते सुनना बड़ा सौखा। सिख दे सिर ते आरा रख दिता जलादा ने, ते भाई मती दास जी ने जपजी साहब शुरू कर दिता।
ਆਸਤੇ ਆਸਤੇ ਆਰਾ ਫਿਰਦੇ ਨੇ। ਭਾਈ ਮਤੀ ਦਾਸ ਜੀ ਕਹਿਣ ਲੱਗੇ ਆਸਤੇ ਆਸਤੇ ਆਰਾ ਫੇਰਿਓ, ਮੇਰਾ ਜਪਜੀ ਸਾਹਿਬ ਪੂਰਾ ਜੇ। ਤੁਸੀਂ ਆਰੇ ਦੇ ਦੰਦੇ ਤਿੱਖੇ ਕਰ ਲਓ, ਮੈਂ ਆਪਣਾ ਮਨ ਤਿੱਖਾ ਕਰ ਲਾਂ। ਭਾਈ ਮਤੀ ਦਾਸ ਸਾਹਿਬਾਨਾਂ ਨੇ ਜਪਜੀ ਸਾਹਿਬ ਸ਼ੁਰੂ ਕੀਤਾ, ਜਾਪ ਸ਼ੁਰੂ ਕੀਤਾ, ਜਲਾਦਾਂ ਨੇ ਆਰਾ ਫੇਰਨਾ ਸ਼ੁਰੂ ਕੀਤਾ। ਤੇ ਜਦੋਂ ਸਰੀਰ ਦੋ ਫਾੜ ਹੋਣ ਲੱਗਾ ਤੇ ਦੋ ਫਾੜ, ਇੱਕ ਹਿੱਸਾ ਇੱਕ ਪਾਸੇ ਡਿੱਗ ਪਿਆ, ਇੱਕ ਪਾਸੇ ਡਿੱਗ ਪਿਆ। ਤੇ ਬਹੁਤ ਇਤਿਹਾਸਕਾਰਾਂ ਨੇ ਇਹ ਲਿਖਿਆ ਕਿ ਭਾਈ ਮਤੀ ਦਾਸ ਦੇ ਸਰੀਰ ਦੇ ਵਿੱਚੋਂ ਆਵਾਜ਼ ਆ ਰਹੀ ਸੀ, ਜਿਨੀ ਨਾਮ ਤੇ ਆਇਆ ਗਏ ਮੁਸ਼ੱਕਤ ਕਾਲ, ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਭਾਈ ਮਤੀ ਦਾਸ ਜੀ ਸਤਿਗੁਰੂ ਜੀ ਦਾ ਭਾਣਾ ਮੰਨ ਕੇ, ਅਕਾਲ ਪੁਰਖ ਦਾ ਭਾਣਾ ਮੰਨ ਕੇ ਸ਼ਹੀਦ ਹੋ ਗਏ। ਭਾਈ ਦਿਆਲਾ ਜੀ ਨੇ ਹਾ ਦਾ ਨਾਰਾ ਮਾਰਿਆ। ਲੋਕ ਜਿਹੜੇ ਵੇਖ ਰਹੇ ਸੀ ਉਹ ਵੀ ਆਪਣੇ ਕਾਲਜੇ ਫੜ ਕੇ ਬੈਠੇ ਸਨ, ਔਰੰਗਜ਼ੇਬ ਨੂੰ ਲਾਹਨਤਾਂ ਪਾ ਰਹੇ ਸਨ ਕਿ ਜ਼ਾਲਮ ਸਰਕਾਰ ਆਪਣੀਆਂ ਜੜ੍ਹਾਂ ਕੱਟ ਰਹੀ। ਭਾਈ ਦਿਆਲੇ ਨੇ ਉੱਚੀ ਆਵਾਜ਼ ਵਿੱਚ ਆਖਿਆ, ਤੁਸੀਂ ਭਾਈ ਮਤੀ ਦਾਸ ਨੂੰ ਨਹੀਂ ਚੀਰ ਰਹੇ, ਤੁਸੀਂ ਇਸਲਾਮ ਧਰਮ ਦੀਆਂ ਜੜ੍ਹਾਂ ਚੀਰ ਰਹੇ ਹੋ। ਤੇ ਕਾਜੀ ਫਿਰ ਸੁਣ ਰਿਹਾ ਸੀ, ਲੋਕ ਫਿਰ ਸੁਣ ਰਹੇ ਸੀ। ਫਿਰ ਰਿਪੋਰਟ ਪਹੁੰਚ ਗਈ ਵੀ ਭਾਈ ਦਿਆਲਾ ਦੇ ਨਾਂ ਦਾ ਸਿੱਖ ਆਹ ਗੱਲ ਕਹਿ ਰਿਹਾ। ਕਾਜੀ ਕਹਿਣ ਲੱਗਾ, ਤੂੰ ਇਹ ਗੱਲ ਕਹਿ ਰਿਹਾ ਵੀ ਜ਼ਾਲਮ ਸਰਕਾਰ ਦੀਆਂ ਜੜ੍ਹਾਂ ਚੀਰੀਆਂ ਜਾ ਰਹੀਆਂ, ਹੁਣ ਤੇਰੇ ਨਾਲ ਵੇਖੀ ਕੀ ਹੁੰਦਾ। ਉਹਨਾਂ ਅੱਗੇ ਵੀ 3 ਸ਼ਰਤਾਂ ਰੱਖੀਆਂ ਕਾਜੀ ਨੇ ਤੇ ਜਲਾਦ ਨੇ। ਕਹਿਣ ਲੱਗੇ 3 ਹੀ ਸ਼ਰਤਾਂ ਤੇਰੇ ਅੱਗੇ ਆ, ਜਾਂ ਤੇ ਇਸਲਾਮ ਕਬੂਲ, ਜਾਂ ਕਰਾਮਾਤ, ਜਾਂ ਫਿਰ ਮੌਤ। ਤੇ ਭਾਈ ਦਿਆਲੇ ਨੇ ਇੱਕ ਗੱਲ ਕਹੀ, ਕਹਿਣ ਲੱਗਾ ਮੇਰੇ ਗੁਰੂ ਨੇ ਜਿਹੜਾ ਮੇਰੇ ਸਰੀਰ ਤੇ ਸਿੱਖੀ ਦਾ ਪੱਕਾ ਰੰਗ ਚਾੜਿਆ ਨਾ, ਇਹਦੇ ਤੇ ਹੋਰ ਰੰਗ ਚੜ੍ਹ ਨਹੀਂ ਸਕਦਾ। ਤੇ ਜਲਾਦ ਕਹਿਣ ਲੱਗਾ ਅਸੀਂ ਲਲਾਰੀ ਹਾਂ, ਅਸੀਂ ਪਹਿਲਾ ਰੰਗ ਲਾ ਦਿੰਦੇ ਹਾਂ, ਆਪਣੀ ਮਰਜ਼ੀ ਦਾ ਰੰਗ ਚਾੜ ਦਿੰਦੇ ਹਾਂ। ਤੇ ਭਾਈ ਦਿਆਲਾ ਜੀ ਕਹਿਣ ਲੱਗੇ ਕਰਕੇ ਵੇਖ ਲਓ। ਜਲਾਦ ਕਹਿੰਦਾ ਕਰਕੇ ਕੀ ਵੇਖਣਾ, ਆਓ ਦੇਖ, ਦੇਗ ਉਬਲਦੀ, ਬਹਿ ਉਹਦੇ ਵਿੱਚ। ਭਾਈ ਦਿਆਲਾ ਜੀ ਨੇ ਪਰਿਕਰਮਾ ਕੀਤੀਆਂ ਦੇਗ ਦੀਆਂ 4। ਜਲਾਦ ਕਹਿਣ ਲੱਗਾ ਸਿੱਖਾ ਡਰਦਾ ਆ, ਸਮਾਂ ਖਰਾਬ ਕਰ ਰਿਹਾ। ਭਾਈ ਦਿਆਲਾ ਜੀ ਕਹਿਣ ਲੱਗੇ ਇਹ ਜਲਾਦ, ਮੈਂ ਡਰ ਨਹੀਂ ਰਿਹਾ ਮੌਤ ਤੋਂ, ਮੈਂ ਸਤਿਗੁਰੂ ਦਾ ਧੰਨਵਾਦ ਕਰ ਰਿਹਾ ਕਿ ਹੇ ਮਹਾਰਾਜ ਤੁਸੀਂ ਬਹੁਤ ਮੇਰੇ ਤੇ ਮਹਾਨ ਬਖਸ਼ਿਸ਼ ਕੀਤੀ। ਕਦੀ ਇਸ ਦੇਗ ਦੇ ਵਿੱਚ ਮੇਰੇ ਗੁਰੂ ਪਿਤਾ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਬੈਠੇ ਸਨ ਤੇ ਕਿਸੇ ਲਾਇਕ ਪੁੱਤਰ ਨੂੰ ਉਹ ਸਥਾਨ ਮਿਲਦਾ, ਪਿਓ ਵਾਲਾ, ਬਾਪ ਵਾਲਾ। ਤੇ ਮੈਂ ਤਾਂ ਬੜਾ ਭਾਗਾਂ ਵਾਲਾ ਹਾਂ, ਮੇਰੇ ਪਿਤਾ ਦਾ ਮੈਨੂੰ ਸਥਾਨ ਮਿਲ ਰਿਹਾ। ਇਸ ਦੇਗ ਦੇ ਵਿੱਚ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਕਦੇ ਬੈਠੇ ਸਨ। ਭਾਈ ਦਿਆਲਾ ਜੀ ਗੁਰੂ ਦਾ ਧਿਆਨ ਧਰ ਕੇ ਬੈਠ ਗਏ ਨੇ ਦੇਗ ਵਿੱਚ। ਕਹਿਣਾ ਤੇ ਸੁਣਨਾ ਪਿਆਰਿਓ ਬੜਾ ਸੌਖਾ ਹੈ। ਹੁਣ ਤੁਸੀਂ ਫੋਟੋਆਂ ਤੇ ਤਸਵੀਰਾਂ ਤੇ ਵੇਖ ਰਹੇ ਨਾ ਵੀ ਗਰਦਨ ਉੱਪਰ ਆ, ਤੇ ਇਸ ਤਰ੍ਹਾਂ ਨਹੀਂ ਸੀ। ਭਾਈ ਦਿਆਲਾ ਜੀ ਨੂੰ ਉਬਲਦੀ ਦੇਗ ਵਿੱਚ ਬਾਲ ਕੇ, ਪਾਣੀ ਉਬਲ ਰਿਹਾ, ਥੱਲੇ ਲੱਕੜਾਂ ਮੱਚ ਰਹੀਆਂ, ਅੱਗ ਮੱਚ ਰਹੀ ਆ, ਪਾਣੀ ਉਬਲ ਰਿਹਾ। ਭਾਈ ਦਿਆਲਾ ਜੀ ਨੂੰ ਵਿੱਚ ਬਿਠਾ ਕੇ ਉੱਤੇ ਢੱਕਣ ਦਿੱਤਾ ਗਿਆ ਸੀ। ਜਿਵੇਂ ਤੁਸੀਂ ਸਬਜ਼ੀ ਭਾਜੀ ਰਹਿੰਦੇ ਰਹੇ ਹੋ ਨਾ, ਇਸ ਤਰ੍ਹਾਂ ਕਰਕੇ ਭਾਈ ਦਿਆਲਾ ਜੀ ਨੂੰ ਸ਼ਹੀਦ ਕੀਤਾ ਗਿਆ ਸੀ, ਬੜੀ ਬੇਰਹਿਮੀ ਦੇ ਨਾਲ। ਤੇ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਦਾ ਪਿੰਜਰਾ ਲਿਆਂਦਾ ਗਿਆ ਲਾਗੇ। ਕਹਿਣ ਲੱਗੇ ਧੰਨ ਸਿੱਖੀ, ਧੰਨ ਸਿੱਖੀ। ਤੇ ਥੋੜ੍ਹੇ ਜਿਹੇ ਮੁਸਕਰਾਏ। ਜਲਾਦ ਕਹਿਣ ਲੱਗਾ ਮਹਾਰਾਜ ਤੁਹਾਡੇ ਸਿੱਖਾਂ ਨੂੰ ਇੰਨੀ ਬੇਰਹਿਮੀ ਦੇ ਨਾਲ ਸ਼ਹੀਦ ਕੀਤਾ ਗਿਆ, ਮਾਰਿਆ ਗਿਆ, ਖਤਮ ਕੀਤਾ ਗਿਆ, ਤੁਸੀਂ ਖੁਸ਼? ਤੇ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਕਹਿਣ ਲਈ ਜਦੋਂ ਕਿਸੇ ਟੀਚਰ ਨੇ ਵਿਦਿਆਰਥੀਆਂ ਨੂੰ ਪੜ੍ਹਾਇਆ ਹੋਵੇ ਨਾ, ਤੇ ਉਹਦੇ ਵਿਦਿਆਰਥੀ ਜਿਹੜੇ ਨੇ, ਉਹਦੇ ਸਟੂਡੈਂਟ ਜਿਹੜੇ ਨੇ, ਉਹ ਪਾਸ ਹੋ ਜਾਣਾ ਇਮਤਿਹਾਨ ਦੇ ਵਿੱਚੋਂ, ਤੇ ਟੀਚਰ ਜਿਹੜਾ ਉਹਨੂੰ ਖੁਸ਼ੀ ਹੁੰਦੀ ਆ ਵੀ ਮੇਰੇ ਸਿਖਾਏ ਹੋਏ ਪਾਸ ਹੋ ਗਏ ਇਮਤਿਹਾਨ ਵਿੱਚੋਂ। ਇਹ ਸਿੱਖੀ ਦਾ ਇਹਨਾਂ ਨੂੰ ਉਪਦੇਸ਼ ਦਿੱਤਾ ਸੀ, ਇਹ ਸਿੱਖੀ ਦੇ ਵਿੱਚੋਂ ਪਾਸ ਹੋ ਗਏ, ਸਾਨੂੰ ਖੁਸ਼ੀ ਹੈ ਇਸ ਗੱਲ ਦੀ। ਭਾਈ ਸਤੀ ਦਾਸ ਨੂੰ ਵੀ ਇਹ ਸ਼ਰਤਾਂ ਰੱਖੀਆਂ ਗਈਆਂ। ਰੂੰ ਦੇ ਵਿੱਚ ਲਪੇਟ ਕੇ ਭਾਈ ਸਤੀ ਦਾਸ ਨੇ ਵੀ ਸ਼ਹੀਦ ਕੀਤਾ ਗਿਆ। ਤੇ ਇਤਿਹਾਸਕਾਰ ਇਹ ਗੱਲ ਕਹਿੰਦੇ ਨੇ ਵੀ ਜਦੋਂ ਇਹ 3 ਸ਼ਹੀਦ ਕੀਤੇ ਗਏ ਸੀ ਨਾ, ਤੇ ਜੇਲ੍ਹ ਦਾ ਦਰੋਗਾ ਕਰ ਤੇ ਕੁਛ ਨਹੀਂ ਸੀ ਸਕਦਾ, ਪਰ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਉਹ ਸੇਵਕ ਬਣ ਗਿਆ ਸੀ।
ਉਹਨੇ ਬੇਨਤੀ ਕੀਤੀ ਸੀ ਗੁਰੂ ਤੇਗ ਬਹਾਦਰ ਸਾਹਿਬ ਨੂੰ, ਮਹਾਰਾਜ ਪ੍ਰਬੰਧ ਮੈਂ ਸਾਰਾ ਕਰ ਦਿਆਂਗਾ, ਬੰਦੇ ਮੈਂ ਆਪਣੇ ਨਾਲ ਭੇਜ ਦਿਆਂਗਾ ਤੇ ਤੁਸੀਂ ਜੇਲ੍ਹ ਦੇ ਵਿੱਚੋਂ ਚਲੇ ਜਾਓ, ਮੇਰੀ ਜ਼ਿੰਮੇਵਾਰੀ। ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਕਹਿਣ ਲੱਗੇ, ਜੇ ਅਸੀਂ ਜਾਣਾ ਹੁੰਦਾ ਤੇ ਅਸੀਂ ਆਉਂਦੇ ਕਿਉਂ? ਅਸੀਂ ਮੌਤ ਕਬੂਲ ਕਰਕੇ ਆਏ, ਸ਼ਹਾਦਤ ਦਾ ਜਾਮ ਪੀਣ ਵਾਸਤੇ ਆਏ, ਹਿੰਦੂਆਂ ਦੀ ਰਾਖੀ ਕਰਨ ਵਾਸਤੇ ਆਏ। ਤੇ ਸਿੱਖਾਂ ਨੇ ਪੁੱਛਿਆ, ਮਹਾਰਾਜ ਜਿਹੜੇ 2 ਸਿੱਖ ਰਹਿ ਗਏ ਸੀ, ਮਹਾਰਾਜ ਸਾਡੇ ਵਾਸਤੇ ਕੀ ਹੁਕਮ ਹੈ? ਤੇ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ, ਤੁਸੀਂ ਜਾ ਸਕਦੇ ਹੋ। ਜੇਲ੍ਹ ਦਾ ਦਰੋਗਾ ਗੁਰੂ ਸਾਹਿਬ ਦਾ ਸੇਵਕ ਬਣ ਗਿਆ ਸੀ, 2 ਸੇਵਕ ਕੱਢ ਦਿੱਤੇ ਸੀ, ਬਾਬਾ ਜੈਤਾ ਜੀ ਤੇ ਭਾਈ ਗੁਰਦਿੱਤਾ ਜੀ ਕੱਢ ਦਿੱਤੇ ਗਏ ਸੀ। ਤੇ ਬਾਬਾ ਜੈਤਾ ਜੀ ਅਜੇ ਦਿੱਲੀ ਦੇ ਵਿੱਚ ਸੀ, ਉਹਨਾਂ ਨੂੰ ਪਤਾ ਸੀ ਜੋ ਹਾਲਾਤ ਵਰਤਣੇ ਨੇ ਗੁਰੂ ਤੇਗ ਬਹਾਦਰ ਸਾਹਿਬ ਦੇ ਨਾਲ, ਜੋ ਕੁਝ ਹੋਣਾ। 10 ਨਵੰਬਰ ਨੂੰ 1675 ਇਹ ਸ਼ਹੀਦ ਕੀਤੇ ਗਏ ਗੁਰੂ ਦੇ ਸਿੱਖ। ਤੇ ਅੱਜ 11 ਨਵੰਬਰ 1675 ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੂੰ ਦਿੱਲੀ ਦੇ ਚਾਂਦਨੀ ਚੌਂਕ ਵਿੱਚ ਸ਼ਹੀਦ ਕਰਨਾ ਹੈ। ਇਸ ਜ਼ਾਲਮ ਸਰਕਾਰ ਨੇ ਢੰਡੋਰਾ ਪਿੱਟਿਆ ਗਿਆ, ਗਲੀ ਗਲੀ ਢੰਡੋਰਾ ਪਿੱਟਿਆ ਗਿਆ ਵੀ ਹਿੰਦੂਆਂ ਦੀ ਮਦਦ ਕਰਨ ਵਾਲਾ, ਹਿੰਦੂਆਂ ਦਾ ਆਗੂ, ਹਿੰਦੂਆਂ ਦਾ ਪੀਰ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ, ਉਹਨੂੰ ਦਿੱਲੀ ਦੇ ਚਾਂਦਨੀ ਚੌਂਕ ਦੇ ਵਿੱਚ ਤਲਵਾਰ ਦੇ ਨਾਲ ਕਤਲ ਕੀਤਾ ਜਾਏਗਾ। ਆਪੋ ਆਪਣੀ ਜਗ੍ਹਾ ਮੰਨ ਲੈਣੀ ਆਣ ਕੇ। ਸਵੇਰੇ ਸਵੇਰੇ ਨਹੀਂ ਕਤਲ ਕੀਤਾ ਮਹਾਰਾਜ ਨੂੰ, ਸਵੇਰੇ ਸਵੇਰੇ ਨਹੀਂ ਸ਼ਹੀਦ ਕੀਤਾ। ਇਹ ਸਾਰੀ ਦੁਨੀਆ ਵੇਖੇ ਪੈ ਪੀਤ ਹੋ ਜੇ, ਮੇਰਾ ਹੁਕਮਾਂ ਤੋਂ ਕੋਈ ਇਨਕਾਰ ਨਾ ਕਰੇ। ਔਰੰਗਜ਼ੇਬ ਦੀ ਇਹ ਸੋਚ ਸੀ। ਦੁਪਹਿਰ ਤੋਂ ਬਾਅਦ ਸਤਿਗੁਰੂ ਸੱਚੇ ਪਾਤਸ਼ਾਹ ਨੂੰ ਸ਼ਹੀਦ ਕੀਤਾ ਜਾਣਾ ਸੀ। ਕਾਜੀ ਨੇ ਫਿਰ ਆਖਿਆ, ਮਹਾਰਾਜ ਮੌਕਾ ਆ ਜਾਏ, ਹੁਕਮ ਮੰਨ ਲਓ। ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਕਹਿੰਦੇ, ਤੈਨੂੰ ਕਹਿਣਾ ਨਹੀਂ ਚਾਹੀਦਾ, ਜੇ ਸਾਡੇ ਸਿੱਖ ਐਡੀ ਵੱਡੀ ਕੁਰਬਾਨੀ ਕਰ ਗਏ ਨੇ ਤੇ ਮੇਰੇ ਕੋਲੋਂ ਕੀ ਆਸ ਰੱਖਦਾ? ਕਹਿਣ ਲੱਗਾ, ਫਿਰ ਵੀ ਤੁਹਾਡੀ ਕੋਈ ਇੱਛਾ? ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਕਹਿਣ ਲੱਗੇ, ਇਸ਼ਨਾਨ ਕਰਾਂਗੇ। ਖੂਹੀ ਤੋਂ ਇਸ਼ਨਾਨ ਕਰਾਇਆ ਗਿਆ। ਜਲਾਦ ਨੇ ਤੇਗ ਤਿੱਖੀ ਕੀਤੀ। ਸਤਿਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦਾ ਸੀਸ ਧੜ ਤੋਂ ਅਲੱਗ ਕਰਨਾ ਦੁਨੀਆ ਵੇਖ ਰਹੀ ਹੈ, ਹਾਂ ਦਾ ਨਾਰਾ ਮਾਰ ਰਹੀ ਹੈ, ਪਰ ਕਿਸੇ ਦੀ ਪੇਸ਼ ਨਹੀਂ ਜਾ ਰਹੀ ਔਰੰਗਜ਼ੇਬ ਦੇ ਹੁਕਮ ਅੱਗੇ। ਉਸ ਦੁਨੀਆ ਵਿੱਚ, ਉਸ ਭੀੜ ਵਿੱਚ ਭਾਈ ਜੈਤਾ ਜੀ ਵੀ ਵੇਖ ਰਹੇ ਨੇ ਤੇ ਅਰਦਾਸ ਕਰ ਰਹੇ ਨੇ, ਹੇ ਗੁਰੂ ਤੇਗ ਬਹਾਦਰ ਮਹਾਰਾਜ, ਮੇਰੇ ਤੇ ਰਹਿਮਤ ਕਰੀ, ਮੇਰੀਆਂ ਅੱਖਾਂ ਦੇ ਵਿੱਚ ਪਾਣੀ ਨਾ ਆਵੇ, ਮੇਰੀਆਂ ਅੱਖਾਂ ਬਰਾਗ ਦੇ ਨਾਲ ਨਾ ਭਰਨ, ਮੈਨੂੰ ਹੌਸਲਾ ਦੇਵੀਂ, ਮੈਂ ਆਪ ਹੀ ਦਾ ਸੀਸ ਚੱਕ ਕੇ ਕੋਈ ਸੇਵਾ ਕਰ ਸਕਾਂ ਤੇ ਅਨੰਦਪੁਰ ਸਾਹਿਬ ਖੜ ਸਕਾਂ। ਭਾਈ ਜੈਤਾ ਜੀ ਉਸ ਭੀੜ ਵਿੱਚ ਵੇਖ ਰਹੇ ਨੇ, ਜਦੋਂ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਸੀਸ ਜਲਾਦ ਨੇ ਧੜ ਤੋਂ ਅਲੱਗ ਕੀਤਾ ਤੇ ਪ੍ਰਮਾਤਮਾ ਦੀ ਐਸੀ ਕਰੋਪੀ ਤੂਫਾਨ ਆਇਆ ਬੜੇ ਜ਼ੋਰ ਦੇ ਨਾਲ, ਹਨੇਰੀ ਆਈ ਤੇ ਜਿੰਨੀ ਜਨਤਾ ਸੀ ਉਹ ਆਪੋ ਆਪਣੇ ਘਰਾਂ ਨੂੰ ਚਲੇ ਗਈ ਤੇ ਜਿਹੜੇ ਕਰਮਚਾਰੀ ਸੀ ਉਹ ਵੀ ਅਵੇਸਲੇ ਹੋ ਗਏ ਤੇ ਬੜਾ ਘੱਟਾ ਉੱਡ ਰਿਹਾ ਸੀ, ਬੜੀ ਹਨੇਰੀ ਆ ਰਹੀ ਸੀ। ਇਹ ਇਤਿਹਾਸ ਹੈ। ਤੇ ਭਾਈ ਜੈਤਾ ਜੀ ਵਿੱਚ ਸੀ ਭੀੜ ਦੇ, ਉਹਨਾਂ ਨੇ ਮੌਕਾ ਤਾੜਿਆ, ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਸੀਸ ਲਪੇਟਿਆ ਚਾਦਰ ਵਿੱਚ ਤੇ ਆਪਣੀ ਛਾਤੀ ਦੇ ਨਾਲ ਲਾ ਕੇ ਉਸ ਭੀੜ ਦੇ ਵਿੱਚੋਂ ਨਿਕਲ ਗਏ। ਅਗਲਾ ਸਮਾਂ ਜਿਹੜਾ ਹੈ, ਅਗਲਾ ਇਤਿਹਾਸ, ਉਹ ਅਗਲੇ ਪ੍ਰੋਗਰਾਮ ਵਿੱਚ ਤੀਸਰੇ ਭਾਗ ਵਿੱਚ ਆਪਾਂ ਤੁਹਾਡੇ ਨਾਲ ਸਾਂਝਾ ਕਰਾਂਗੇ। ਸਮਾਂ ਇੱਥੇ ਸਮਾਪਤ ਹੈ। ਮੈਂ ਫਤਿਹ ਬੁਲਾਵਾਂ। ਸਤਿਗੁਰੂ ਜੀ ਦਾ ਪਾਵਨ ਇਤਿਹਾਸ ਵਿਚਾਰਦਿਆਂ, ਉਹਨਾਂ ਦੇ ਗੁਣ ਗਾਉਂਦਿਆਂ ਕਿਸੇ ਪ੍ਰਕਾਰ ਦੀ ਭੁੱਲ ਹੋ ਗਈ ਹੋਵੇ, ਅਣਜਾਣ ਸੇਵਕ ਜਾਣ ਕੇ ਮਾਫ਼ ਕਰਨਾ। ਹੁਣ ਸਤਿਗੁਰੂ ਜੀ ਦਾ ਇਹ ਪਾਵਨ ਸੀਸ ਭਾਈ ਜੈਤਾ ਜੀ ਸ੍ਰੀ ਅਨੰਦਪੁਰ ਸਾਹਿਬ ਖੜਨਗੇ ਤੇ ਸਤਿਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਧੜ ਦਾ ਸੰਸਕਾਰ ਲੱਖੀ ਸ਼ਾਹ ਵਣਜਾਰਾ ਜੀ ਆਪਣੇ ਘਰ ਜਾ ਕੇ ਧੜ ਦਾ ਸੰਸਕਾਰ ਕਰਨਗੇ। ਅਗਲਾ ਇਤਿਹਾਸ ਆਪਾਂ ਤੀਸਰੇ ਭਾਗ ਵਿੱਚ ਸੰਗਤਾਂ ਨਾਲ ਸਾਂਝਾ ਕਰਾਂਗੇ। ਬੁਲਾਓ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।